ए सुर साथ ले शंकर जी के धाम, कर प्रसन्न कैलाशपति पूर्ण किए काम। नमो नारायण जी। महाभागवत कथा पुराण सुन रहे ਸਰੋਤਿਆਂ ਦੇ ਚਰਨਾਂ ਵਿੱਚ ਬੋਲੋ ਨਮੋ ਨਾਰਾयण जी। नमो नारायण। ਚੌਥੇ ਸਰੰਗ ਦੇ 6ਵੇਂ ਅਤੇ 7ਵੇਂ ਦੇ 8ਵੇਂ ਅਧਿਆਏ ਦਾ ਪਾਠ ਸਰਵਣ ਕਰਾਂਗੇ। ਸ਼ੰਕਰ ਭਗਵਾਨ ਜੀ ਨਾਲ ਬਰਮਾ ਜੀ कैलाश पर्वत ਤੋਂ ਉਹਨਾਂ ਨੂੰ ਕਹਿ ਕੇ ਲਿਆਈ ਵੀ ਚਲੋ ਚੱਲੀਏ ਉਸ ਯੱਗਸ਼ਾਲਾ ਦੇ ਵਿੱਚ ਜਾ ਕੇ ਤੁਸੀਂ ਯੱਗਸ਼ਾਲਾ ਨੂੰ ਉਹਦੀ ਨੂੰ ਪਵਿੱਤਰ ਕਰ ਦਿਓ। ਬਰਮਾ ਜੀ ਦੇ ਕਹਿਣ ਤੇ ਸ਼ੰਕਰ ਜੀ ਭਗਵਾਨ ਉੱਥੇ ਦਰਸ਼ ਪ੍ਰਜਾਪਤੀ ਦੇ ਯੱਗ ਦੇ ਵਿੱਚ ਆ ਗਏ। ਉੱਥੇ ਜਿੰਨੇ ਵੀ ਦੇਵਤਾ किन्नर गलवर्धन और रक्ष सीगे सारे भगवान शंकर दे चरण दंडवत करके उत्थे खलो गए। तो भगवान ने जिन्ने भी उत्थे फट्टड़ होए सीगे जख्मी होए सीगे अपनी कृपा दृष्टि नाल हो सारे सही करते। पंगू ऋषि दी दाढ़ी पट्टी गई सी उहदी थां ते बकरे दी दाढ़ी ला के वो भी सही करते। लेकिन दक्ष प्रजापति का गल वध गया सीगा। वो ब्रह्मा जी कहने लगे भी हुण इहदा की करिए। तो शंकर भगवान कहने लगे भी ये गल नहीं ला सकता, इस तरह करो बकरे का गल लियाओ। तो उस दक्ष प्रजापति के गल दे बकरे का गल ला दिता गया। तो सारे जिन्ने भी उत्थे दे जो न्योता लेके आए हुए सीगे शंकर भगवान की स्तुति शक्ति देख के बहुत प्रसन्न होए ते शंकर भगवान की स्तुति की। ते प्रजापति जी खलो के खड़ गए ते कहने लगे हे महाराज मेरा बुद्धि बिगड़ गई सी, मैं अज्ञानता दे अधिकार दे विच फस गया सीगा। तुसी मेरे ते कृपा करी, तुसी मेरी यज्ञशाला द्वारे पूर्ण आए हो ਅਤੇ ਮੇਰੇ ਤੇ ਕਿਰਪਾ ਕਰੀਏ। ਤਾਂ ਦੰਡਵਤ ਕਰਕੇ ਸ਼ੰਕਰ ਭਗਵਾਨ ਉੱਥੇ ਪ੍ਰਸੰਨ ਹੋਏ। ਤਾਂ ਉਹ ਯੱਗ ਦੁਆਰੇ ਸਟਾਰਟ ਕਰ ਦਿੱਤਾ ਤੇ ਜਿੰਨੇ ਵੀ ਦੇਵੀ ਦੇਵਤਾ ਉੱਥੇ ਬੈਠ ਕੇ ਯੱਗ ਸ਼ੰਕਰ ਭਗਵਾਨ ਵਿਸ਼ਨੂੰ ਵਰਮਾ ਜੀ ਤਿੰਨੇ ਬੈਠ ਕੇ ਯੋਤੀਆਂ ਪਾ ਰਹੇ ਨੇ। ਤਾਂ ਉਸ ਸਮੇਂ ਯੱਗ ਦੇ ਵਿੱਚੋਂ ਇੱਕ यज्ञ पुरुष भगवान चतुर्भुजी मूर्ति वैजयंती माला कसौती मरनी पहनी और फूलों की माला पहने उससे प्रकट हुए। ते प्रकट होके कहने लगे हे प्रजापति तै शंकर भगवान का अपमान करके चंगा नहीं करिया, क्योंकि शंकर ते विष्णु ते ब्रह्मा जी ये तीनों ही हैं। ये मेरी भगती दे विच लीन रहंदे ने, ये तीनों भगवान स्वरूप हैं। इन्हां तो बिना संसार दे विच किसी होर कोई श्रेष्ठ नहीं है, क्योंकि ये तिन्ने ही की इक्को ज्योति दे विच प्रगट होए हुए हैं। तो चंगा नहीं किता। तां उत्थे दक्ष प्रजापति ने अपनी क्षमा फेर प्रगटाई। तां आदि पुरुष भगवान आशीर्वाद दे के सारिआं नूं उत्थों फिर अंतर ध्यान हो गए। दक्ष प्रजापति ने कियो सिर धर चरण प्रणाम, कीनो पूर्ण यज्ञ तब शिव शंकर भगवान। ता शंकर भगवान ने वो यज्ञ पूर्ण करता। ता उस समय सारे मन दे विच सब दे खुशियां आ गईयां। ता शंकर भगवान ते ब्रह्मा जी उत्थों चले गए। विदर जी के मैत्री विदर जी कह रहे हैं ना कि उस समय इस तरह है भी धर्म दी स्त्री मनुष्य नाम ते क्रोध लोभ होर मृत्यु आदि बहुत सताने उत्पन्न हुई। जिहड़ी धर्म थीगा उहदी स्त्री थी मनुष्य, वो तो मृत्यु क्रोध लोभ मोह बहुत तरह दियां संतानां पैदा होईयां। इस तरह चलते रहे। तो हुण तुहानूं असीं सती जी उत्थों आपदा
ਤਨ ਉੱਚ ਕਰਕੇ ਤਾਂ ਹਿਮਾਚਲ ਦੇ ਰਾਜੇ ਦੇ ਘਰ ਜਨਮ ਲੈਂਦੀ ਹੈ। ਉਹਦੀ ਕਥਾ ਸੁਣਾਉਂਦੇ ਹਾਂ। ਤਾਂ ਜਦੋਂ ਸਤੀ ਜੀ ਨੇ ਜਦੋਂ ਤਨ ਤਿਆਗਿਆ ਸੀ ਤਾਂ ਸ਼ੰਕਰ ਭਗਵਾਨ ਦੀ ਅਭਿਲਾਸ਼ਾ ਦੇ ਵਿੱਚ ਉਦੋਂ ਤਨ ਤਿਆਗਿਆ ਸੀ ਵੀ ਮੈਨੂੰ ਜੋ ਅਗਲਾ ਪਤੀ ਤਾਂ ਸ਼ੰਕਰ ਭਗਵਾਨ ਹੀ ਹੋਵੇ। ਇਸ ਲਾਲਸਾ ਦੇ ਵਿੱਚ ਸਤੀ ਜੀ ਹਿਮਾਚਲ ਦੇ ਰਾਜੇ ਦੇ ਘਰੇ ਪੈਦਾ ਹੋਈ। ਹਿਮਾਚਲ ਰਾਜੇ ਦੇ ਘਰੇ ਪੈਦਾ ਹੋਈ ਤਾਂ ਜਦੋਂ ਸਿਆਣੀ ਹੋਈ ਤਾਂ ਹਿਮਾਚਲ ਨੇ ਪੁੱਛਿਆ, ਬੇਟਾ ਤੇਰਾ ਵਿਆਹ ਕਿਹਦੇ ਨਾਲ ਕਰੀਏ? ਤਾਂ ਉਸ ਸਮੇਂ ਸਤੀ ਜੀ ਨੇ ਕਿਹਾ ਕਿ ਮੇਰਾ ਵਿਆਹ ਸ਼ੰਕਰ ਭਗਵਾਨ ਜੀ ਨਾਲ ਕਰੋ। ਤਾਂ ਹਿਮਾਚਲ ਕਹਿਣ ਲੱਗੀ ਵੀ ਉਹ ਦੇਵਤਿਆਂ ਦੇ ਮਹਾਦੇਵ ਹਨ, ਕਿ ਤੈਨੂੰ ਉਹ ਅਪਣਾਉਣਗੇ, ਤੈਨੂੰ ਅੰਗੀਕਰਨ ਕਰਨਗੇ। ਤਾਂ ਸਤੀ ਜੀ ਕਹਿਣ ਲੱਗੀ ਜਿਵੇਂ ਕਰਨਾ ਤਾਂ ਵਿਆਹ ਸਤੀ ਜੀ ਨਾਲ ਕਰਨਾ ਹੀ ਨੇ, ਮੈਂ ਤਪ ਕਰਕੇ ਆਪਣਾ ਸਰੀਰ ਐਂ ਹੀ ਛੱਡ ਦਾਂਗੀ। ਤਾਂ ਸਤੀ ਜੀ ਜੰਗਲਾਂ ਦੇ ਵਿੱਚ ਤਪ ਕਰਨ ਚਲੀ ਗਈ। ਤਪ ਕਰਦੇ ਸਮਾਂ ਨਿਕਲਿਆ ਤਾਂ ਨਾਰਦ ਜੀ ਪ੍ਰੀਖਿਆ ਲੈਣ ਦੇ ਲਈ ਸਤੀ ਜੀ ਕੋਲ ਗਏ ਤੇ ਕਹਿਣ ਲੱਗੇ, ਜਦੋਂ ਸਤੀ ਜੀ ਨੇ ਨਾਰਦ ਜੀ ਨੂੰ ਦੇਖਿਆ ਤਾਂ ਦੰਡਵਤ ਪ੍ਰਣਾਮ ਕਰਕੇ ਮੈਂ ਆਪਣੇ ਨਮਸਕਾਰ ਕਰਕੇ ਬੋਲੇ ਤਾਂ ਨਾਰਦ ਜੀ ਨੇ ਕਿਹਾ, ਬੇਟਾ ਆ ਤਪ ਕਰਨ ਦਾ ਕੀ ਕਾਰਨ? ਤਾਂ ਸਤੀ ਜੀ ਨੇ ਕਿਹਾ ਕਿ ਮੈਂ ਸ਼ੰਕਰ ਭਗਵਾਨ ਜੀ ਨੂੰ ਆਪਣਾ ਪਤੀ ਮੰਨਦੀ ਹਾਂ। ਪਾਰਵਤੀ ਜੀ ਨੇ ਕਿਹਾ ਕਿ ਮੈਂ ਆਪਣੇ ਸ਼ੰਕਰ ਭਗਵਾਨ ਜੀ ਨੂੰ ਪਤੀ ਮੰਨਦੀ ਹਾਂ, ਮੈਂ ਉਹਨਾਂ ਨਾਲ ਸ਼ਾਦੀ ਕਰਨਾ ਚਾਹੁੰਦੀ ਹਾਂ। ਤਾਂ ਇਸ ਦੇ ਵਿੱਚ ਮਨ ਨੂੰ ਥੋੜਾ ਜਿਹਾ ਹਿਲਾਉਣ ਵਾਸਤੇ ਨਾਰਦ ਜੀ ਕਹਿਣ ਲੱਗੇ, ਬੇਟਾ ਸ਼ੰਕਰ ਭਗਵਾਨ ਨੂੰ ਤੂੰ ਜਾਣਦੀ ਨਹੀਂ, ਉਹ ਇੱਕ ਵਿਭੂਤੀ ਦੇ ਵਿੱਚ ਤਾਂ ਮਲੇ ਰਹਿੰਦੇ ਹਨ ਤੇ ਗਣ ਭੂਤ ਪ੍ਰੇਤ ਸਾਰੇ ਉਹਦੇ ਅੰਗ ਰਸ਼ਕ ਹਨ। ਤੂੰ ਦੇਖ ਜਗਤ ਦੇ ਵਿੱਚ ਦੇਖ, ਵਿਸ਼ਨੂੰ ਭਗਵਾਨ ਹੈ, ਇੰਦਰ ਹੈ, ਗੋਵਰਧਨ ਹੈ, ਕੁਬੇਰ ਹੈ, ਕੋਈ ਵਧੀਆ ਸੋਹਣੇ ਸੋਹਣੇ ਦੇਵਤਾ ਨੇ, ਉਹਨਾਂ ਨਾਲ ਕਿਸੇ ਸ਼ਾਦੀ ਕਰ ਲੈ। ਸ਼ੰਕਰ ਭਗਵਾਨ ਤਾਂ ਆਪ ਮਿਸਾਨਾਂ ਦੇ ਦੇਵਤਾ ਹਨ। ਉਹ ਤਾਂ ਸਰੀਰ ਨਾਲ ਵਿਭੂਤੀ ਮਲ ਕੇ ਰੱਖਦੇ ਹਨ ਸਦਾ ਰਹੀ। ਤਾਂ ਉਹ ਕਹਿਣ ਲੱਗੀ, ਨਹੀਂ, ਮੈਂ ਸ਼ੰਕਰ ਭਗਵਾਨ ਨੂੰ ਹੀ ਆਪਣਾ ਪਤੀ ਬਣ ਸਕੀ ਹਾਂ, ਮੈਂ ਉਹਨਾਂ ਨਾਲ ਹੀ ਸ਼ਾਦੀ ਕਰਾਂਗੀ। ਜੇ ਕਰਾਂਗੀ ਤਾਂ ਸ਼ੰਕਰ ਨਾਰਦ ਜੀ ਥੋੜੇ ਪ੍ਰਸੰਨ ਹੋਏ ਵੀ ਹਾਂ ਹੁਣ ਇਹ ਠੋਸ ਹੈ, ਇਸ ਪੱਕੇ ਹੀ ਸ਼ੰਕਰ ਭਗਵਾਨ ਨਾਲ ਸ਼ਾਦੀ ਕਰੂਗੀ। ਤਾਂ ਉੱਥੋਂ ਨਾਰਦ ਜੀ ਆ ਗਏ ਤੇ ਆ ਕੇ ਕੈਲਾਸ਼ ਪਰਬਤ ਤੇ ਆ ਕੇ ਸ਼ੰਕਰ ਭਗਵਾਨ ਨੂੰ ਸਾਰੀ ਗੱਲ ਦੱਸੀ ਕਿ ਤਾਂ ਇਹ ਗੱਲ ਸੁਣ ਕੇ ਸ਼ੰਕਰ ਭਗਵਾਨ ਨੂੰ ਮਹਿਸੂਸ ਹੋਇਆ ਕਿ ਸਤੀ ਨੇ ਜਨਮ ਹਿਮਾਚਲ ਪ੍ਰਦੇਸ਼ ਦੇ ਹਿਮਾਚਲ ਰਾਜੇ ਦੇ ਘਰ ਪੈਦਾ ਜਨਮ ਲਿਆ ਹੈ ਪਾਰਵਤੀ ਨਾਮਕ ਨਾਲ। ਤਾਂ ਸ਼ੰਕਰ ਭਗਵਾਨ ਦੇ ਮਨ 'ਚ ਵੀ ਪ੍ਰੀਤੀ ਪੈਦਾ ਹੋ ਗਈ। ਸ਼ੰਕਰ ਭਗਵਾਨ ਜੀ ਜਾ ਕੇ ਦਕਸ਼ ਹਿਮਾਚਲ ਤੋਂ ਆਪਣੀ ਕੰਨਿਆ ਦਾ ਹੱਥ ਆਪਣੇ ਵਾਸਤੇ ਮੰਗਦੇ ਹਨ। ਤਾਂ ਉਸ ਸਮੇਂ ਉਹਨਾਂ ਦੀ ਸ਼ਾਦੀ ਕਰ ਦਿੱਤੀ ਜਾਂਦੀ ਹੈ। ਤਾਂ ਉਸ ਸਮੇਂ ਦਾ ਜੋ ਸਾਰੇ ਦੇਵੀ ਦੇਵਤੇ ਉੱਤੇ ਆਏ ਤੇ ਸਭ ਨੇ ਫੁੱਲ ਵਰਖਾ ਕੀਤੀ। ਤੇ ਸ਼ੰਕਰ ਭਗਵਾਨ ਦਾ ਵਿਵਾਹ ਪਾਰਵਤੀ ਜੀ ਨਾਲ ਹੋ ਗਿਆ। ਹੁਣ ਅੱਗੇ ਦਾ ਬਿਤਾਂਤ ਜਿਹੜੀਆਂ ਦੇਖੋ ਮਨੂ ਜੀ ਦੇ ਆਪਾਂ ਤਿੰਨੇ ਲੜਕੀਆਂ ਦੇ ਸੰਤਾਨਾਂ ਦਾ ਵਰਣਨ ਕਰ ਚੁੱਕੇ ਹਾਂ। ਹੁਣ ਅਗਲੇ ਅਧਿਆਏ ਦੇ ਵਿੱਚ ਮਨੂ ਜੀ ਦੇ 2 ਲੜਕੇ ਉਹਨਾਂ ਬਾਰੇ ਦੱਸਿਆ ਜਾਊਗਾ, ਉਹਨਾਂ ਦੀ ਸੰਤਾਨਾਂ ਬਾਰੇ ਦੱਸਿਆ ਜਾਊਗਾ। ਸੋ ਇੰਨੀ ਕੁ ਕਥਾ ਕਹਿੰਦੇ ਹੋਏ ਜੀਵਨ ਨੂੰ ਬਣਾ ਦਿੰਦੇ ਹਾਂ। ਨਮੋ ਨਾਰਾਇਣ ਜੀ।